ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਜੋ ਹਨ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਵਿੱਚ ਦਰਜ ਹਨ। ਆਸਾ ਦੀ ਵਾਰ ਗੁਰੂ ਨਾਨਕ ਦੇਵ ਜੀ ਦੀ ਇੱਕ ਅਜਿਹੀ ਕ੍ਰਾਂਤੀਕਾਰੀ ਰਚਨਾ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਉਸ ਵੇਲੇ ਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਦਾ ਤਰਕ ਦੇ ਆਧਾਰ 'ਤੇ ਬੜੇ ਹੀ ਦਾਰਸ਼ਨਿਕ ਅੰਦਾਜ਼ ਦੇ ਵਿੱਚ ਬਿਆਨ ਕੀਤਾ ਹੈ। ਪਹਿਲੇ ਸ਼ਲੋਕ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਮਹਿਮਾ ਦਾ ਬਿਆਨ ਕਰਦਿਆਂ ਹੋਇਆਂ ਮਨੁੱਖ ਮਾਤਰ ਨੂੰ ਪ੍ਰੇਰਨਾ ਕਰਦਿਆਂ ਫਰਮਾਇਆ ਹੈ, ਪ੍ਰੇਰਨਾ ਦਿੰਦਿਆਂ ਹੋਇਆਂ ਫਰਮਾਇਆ ਹੈ ਕਿ ਬਲਿਹਾਰੀ ਗੁਰ ਆਪਣੇ, ਮੈਂ ਬਲਿਹਾਰੀ ਜਾਵਾਂ, ਵਾਰੇ ਜਾਵਾਂ, ਸਦਕੇ ਜਾਵਾਂ, ਕੁਰਬਾਨ ਜਾਵਾਂ। ਕਿਸ ਤੋਂ? ਆਪਣੇ ਗੁਰੂ ਤੋਂ। ਉਹ ਗੁਰੂ ਜਿਸ ਨੇ ਮੈਨੂੰ ਸੱਚ ਦੇ ਮਾਰਗ ਦਾ ਪਾਂਧੀ ਬਣਾਇਆ ਹੈ, ਸੱਚ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਹੈ, ਨੇਕੀ ਅਤੇ ਬਦੀ ਵਿੱਚ ਪਛਾਣ ਕਰਾਉਣ ਦਾ ਇੱਕ ਵਿਵੇਕ ਮਨੁੱਖ ਦੇ ਹਿਰਦੇ ਵਿੱਚ ਕਾਇਮ ਕੀਤਾ ਹੈ। ਦਿਓਹਾੜੀ ਸਦਵਾਰ, ਇਸ ਦੇ ਲਈ ਮੈਂ ਉਸ ਤੋਂ ਸਦਕੇ ਜਾਵਾਂ, ਵਾਰੇ ਜਾਵਾਂ, ਕੁਰਬਾਨ ਜਾਵਾਂ। ਸਾਰਾ ਦਿਨ ਦਿਹਾੜੀ, ਸਦਵਾਰ ਦਿਹਾੜੀ ਦੇ ਵਿੱਚ ਸੈਂਕੜੇ ਵਾਰ ਵੀ ਜੇਕਰ ਮੈਂ ਉਸ ਪ੍ਰਭੂ ਤੋਂ ਆਪਣਾ ਆਪਾ ਕੁਰਬਾਨ ਕਰਾਂ ਸ਼ੁਕਰਾਨੇ ਵਜੋਂ ਤਾਂ ਵੀ ਘੱਟ ਹੈ। ਕਿਉਂ? ਜਿਨ ਮਾਨਸ ਤੇ ਦੇਵਤੇ ਕੀਏ, ਜਿਸ ਨੇ ਮਨੁੱਖ ਨੂੰ ਜੋ ਹੈ ਉਸ ਦੀ ਚੰਗਿਆਈਆਂ ਉਸ ਦੇ ਵਿੱਚ ਭਰ ਕੇ ਚੰਗੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੰਦਿਆਂ ਹੋਇਆਂ ਦੇਵਤੇ ਦੇ ਸਮਾਨ ਉਸ ਦਾ ਦਰਜਾ ਬਣਾ ਦਿੱਤਾ ਹੈ। ਕਰਤ ਨ ਲਾਗੀ ਵਾਰ, ਔਰ ਅਜਿਹਾ ਕਰਨ ਲੱਗਿਆਂ ਉਸ ਨੂੰ ਕੋਈ ਵਕਤ ਨਹੀਂ ਲੱਗਿਆ। ਕਿਉਂ? ਕਿਉਂਕਿ ਗੁਰੂ ਦਾ ਤੇ ਆਸ਼ੀਰਵਾਦ ਭਰਿਆ ਹੱਥ ਜਾਂ ਉਸ ਦੀ ਨਿਗਾਹ ਜਿਹੜੀ ਹੈ ਆਸ਼ੀਰਵਾਦ ਭਰੀ, ਉਹੀ ਜਦੋਂ ਆਪਣੇ ਸ਼ਿਸ਼ 'ਤੇ ਆਪਣੇ ਜੋ ਸਿਖਾਂਦਰੂ ਹੈ, ਆਪਣਾ ਭਗਤ ਹੈ, ਉਸ ਦੇ ਉੱਤੇ ਪੈਂਦੀ ਹੈ ਅਤੇ ਉਹ ਨਿਗਾਹ ਦੇ ਵਿੱਚ ਹੀ ਇੰਨੀ ਬਖਸ਼ਿਸ਼ ਹੁੰਦੀ ਹੈ ਕਿ ਇੱਕ ਇੰਨਾ ਹਾਂ ਪੱਖੀ ਨਜ਼ਰੀਆ ਹੁੰਦਾ ਹੈ, ਸਕਾਰਾਤਮਕਤਾ ਹੁੰਦੀ ਹੈ ਕਿ ਜਿਗਿਆਸੂ ਜਿਹੜਾ ਹੈ, ਮਨੁੱਖ ਜਿਹੜਾ ਹੈ, ਜਾਂ ਸਿੱਖਿਆਰਥੀ ਹੈ, ਜਾਂ ਸ਼ਿਸ਼ ਹੈ, ਜਾਂ ਸਿੱਖ ਹੈ, ਉਹ ਉਸਦੇ ਸਾਰੇ ਗੁਣਾਂ ਨੂੰ, ਆਪਣੇ ਗੁਰੂ ਦੇ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ। ਭਾਵ ਸਿੱਖ ਵੀ ਗੁਰੂ ਦੇ ਤੁੱਲ ਹੋ ਜਾਂਦਾ ਹੈ, ਗੁਰੂ ਵਰਗਾ ਹੋ ਜਾਂਦਾ ਹੈ। ਭਾਵ ਗੁਰੂ ਦੀ ਮਿਹਰ ਸਦਕਾ ਹੀ ਸਿੱਖ ਜੋ ਉਸਦਾ ਸ਼ਿਸ਼ ਹੈ ਉਸ 'ਤੇ ਇੰਨੀ ਕਿਰਪਾ ਹੁੰਦੀ ਹੈ ਕਿ ਉਹ ਆਪਣੇ ਗੁਰੂ ਦੀਆਂ ਸਾਰੀਆਂ ਖੂਬੀਆਂ ਨੂੰ ਧਾਰਨ ਕਰ ਲੈਂਦਾ ਹੈ। ਕਿਉਂਕਿ ਗੁਰੂ ਨੇ ਆਪਣੀ ਰਹਿਮਤ ਕਰਕੇ ਆਪਣੇ ਸ਼ਿਸ਼ 'ਤੇ ਇੰਨੀ ਕਿਰਪਾ ਕੀਤੀ ਹੈ ਕਿ ਉਸਨੂੰ ਇੰਨਾ ਕਾਬਿਲ ਹੋਣ ਦਾ ਆਸ਼ੀਰਵਾਦ ਦਿੱਤਾ ਹੈ। ਉਸ ਨੂੰ ਜ਼ਿੰਦਗੀ ਦੇ ਵਿੱਚ, ਸਮਾਜ ਦੇ ਵਿੱਚ ਰੂਹਾਨੀ ਅਤੇ ਜੋ ਅਧਿਆਤਮਕ ਵੀ ਅਤੇ ਦੁਨਿਆਵੀ ਵੀ ਹਰ ਤਰ੍ਹਾਂ ਦੇ ਵਿਸ਼ਿਆਂ ਨੂੰ ਸਮਝਣ ਦੇ ਲਈ ਉਸ ਦੇ ਅੰਦਰ ਵਿਵੇਕ ਪੈਦਾ ਕੀਤਾ ਹੈ, ਸਮਰੱਥ ਬਣਾਇਆ ਹੈ। ਗੁਰੂਦੇਵ ਕਹਿ ਰਹੇ ਨੇ, ਗੁਰੂ ਨਾਨਕ ਦੇਵ ਜੀ, ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਜੋ ਗਿਆਨ ਹੈ, ਜਿਸ ਮਨੁੱਖ ਨੂੰ ਗਿਆਨ ਦਾ ਹੰਕਾਰ ਹੋ ਜਾਂਦਾ ਹੈ, ਉਸ ਨੂੰ ਪ੍ਰੇਰਿਤ ਕਰਦਿਆਂ ਹੋਇਆਂ, ਉਸ ਨੂੰ ਜੋ ਹੈ ਇੱਕ ਤਰ੍ਹਾਂ ਦੇ ਨਾਲ ਹਲੂਣਦਿਆਂ ਹੋਇਆਂ ਫਰਮਾਇਆ ਹੈ ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ। ਭਾਵ ਕਿ ਮਨੁੱਖ ਜ਼ਿੰਦਗੀ ਦੇ ਵਿੱਚ ਇੰਨੀਆਂ ਕਿਤਾਬਾਂ ਪੜ੍ਹੇ, ਪੜ੍ਹ ਪੜ੍ਹ ਕੇ ਗੱਡੀਆਂ ਭਰੀਆਂ ਜਾਣ, ਪੜ੍ਹ ਪੜ੍ਹ ਭਰੀਏ ਸਾਥ। ਕਿਤਾਬਾਂ ਪੜ੍ਹ ਪੜ੍ਹ ਕੇ ਊਠਾਂ ਦੇ ਉੱਤੇ ਲੱਦ ਕੇ ਆਪਣੇ ਨਾਲ ਹਰਦਮ ਲੈ ਕੇ ਤੁਰਿਆ ਫਿਰੇ। ਪੜ੍ਹ ਪੜ੍ਹ ਬੇੜੀ ਪਾਈ ਹੈ, ਇੱਥੋਂ ਤੱਕ ਕਿ ਇੰਨੀਆਂ ਕਿਤਾਬਾਂ ਪੜ੍ਹ ਲਵੇ ਕਿ ਬੇੜੀਆਂ ਭਰੀਆਂ ਜਾਣ। ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹ ਪੜ੍ਹ ਕੇ ਖੂਹ ਖਾਤੇ ਭਰ ਦੇਵੇ। ਇਸ ਨੂੰ ਇਸ ਢੰਗ ਨਾਲ ਵੀ ਸਮਝ ਸਕਦੇ ਹਾਂ ਕਿ ਕਿਤਾਬਾਂ ਪੜ੍ਹਦਿਆਂ ਹੋਇਆਂ ਮਨੁੱਖ ਇੰਨੀਆਂ ਕਿਤਾਬਾਂ ਪੜ੍ਹ ਲਵੇ ਕਿ ਜਿੱਥੇ ਗੱਡੀਆਂ ਭਰ ਭਰ ਕੇ ਲਿਜਾਣ ਦੀ ਪਹੁੰਚ ਹੋਵੇ ਕਿਤਾਬਾਂ ਨੂੰ, ਉੱਥੋਂ ਤੱਕ ਵੀ ਕਿਤਾਬਾਂ ਲਿਜਾ ਕੇ ਵੀ ਪੜ੍ਹੇ, ਖਰੀਦ ਕੇ ਪੜ੍ਹੇ। ਪੜ੍ਹ ਪੜ੍ਹ ਭਰੀਏ ਸਾਥ। ਭਾਵ ਜਿੱਥੇ ਗੱਡੀ ਨਾ ਜਾ ਸਕੇ, ਭਾਵੇਂ ਊਠਾਂ 'ਤੇ ਜਾ ਕੇ ਕਿਤਾਬਾਂ ਲਿਆਉਣੀਆਂ ਪੈਣ, ਉਹ ਵੀ ਨਾਲ ਲੈ ਕੇ ਆਵੇ। ਅਤੇ ਜਿੱਥੇ ਨਾ ਗੱਡੀ ਨਾ ਊਠ, ਯਾਨੀ ਕਿ ਪਾਣੀ ਦੇ ਵਿੱਚ ਬੇੜੀਆਂ, ਅਤੇ ਪਾਣੀ ਦੇ ਵਿੱਚ ਤਰ ਕੇ ਬੇੜੀਆਂ ਰਾਹੀਂ ਵੀ ਜੇਕਰ ਗਿਆਨ ਦੀਆਂ ਪੁਸਤਕਾਂ ਪ੍ਰਾਪਤ ਹੁੰਦੀਆਂ ਹੋਣ ਤਾਂ ਉਹਨਾਂ ਨੂੰ ਪ੍ਰਾਪਤ ਕਰੇ। ਪੜ੍ਹ ਪੜ੍ਹ ਗੱਡੀਏ ਖਾਤ। ਇੱਥੋਂ ਤੱਕ ਕਿ ਜਦੋਂ ਪੁਸਤਕਾਂ ਪੁਰਾਣੀਆਂ ਹੋ ਜਾਂਦੀਆਂ ਨੇ, ਇੰਨੇ ਪੁਸਤਕਾਂ ਦੇ ਭੰਡਾਰ ਉਹ ਇਕੱਠੇ ਕਰ ਲਵੇ, ਇੰਨੀਆਂ ਪੁਸਤਕਾਂ ਪੜ੍ਹ ਲਵੇ
ਕਿ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਖੂਹ ਖਾਤੇ ਵਿੱਚ ਭਾਵੇਂ ਦਬਾ ਦੇਵੇ, ਭਰ ਦੇਵੇ। ਪੜ੍ਹੀਐ ਜੇਤੇ ਆਰਜਾ ਪੜ੍ਹੀਐ ਜੇਤੇ ਬਰਸ ਬਰਸ ਪੜ੍ਹੀਐ ਜੇਤੇ ਮਾਸ। ਭਾਵੇਂ ਸਾਰੀ ਉਮਰ ਕਿਤਾਬਾਂ ਪੜ੍ਹਦਾ ਰਵੇ, ਭਾਵੇਂ ਸਾਰੇ ਮਹੀਨੇ ਸਾਲ। ਪੜ੍ਹੀਐ ਜੇਤੀ ਆਰਜਾ, ਇੱਥੋਂ ਤੱਕ ਕਿ ਸਾਲ ਮਹੀਨੇ, ਆਰਜਾ ਸਾਰੀ ਉਮਰ ਗਿਆਨ ਦੀਆਂ ਪੁਸਤਕਾਂ ਪੜ੍ਹਦਾ ਰਹੇ। ਇੱਥੋਂ ਤੱਕ ਕਿ ਸਵਾਸ ਹਰ ਸਾਹ ਦੇ ਨਾਲ ਜਿੰਨੇ ਸਵਾਸ ਹਨ ਓਨੀਆਂ ਹੀ ਕਿਤਾਬਾਂ ਉਹ ਗਿਆਨ ਦੀਆਂ ਪੜ੍ਹਦਾ ਰਵੇ। ਪਰ ਨਾਨਕ ਲਿਖਿਆ ਇੱਕ ਗੱਲ ਹੋਰ, ਹਉਮੈ ਚਖਣਾ ਝਾਕ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਭਾਵੇਂ ਇਹ ਸਾਰੀਆਂ ਕਿਤਾਬਾਂ ਜੋ ਹੈ ਸਾਰੀ ਉਮਰ ਮਨੁੱਖ ਸਾਰੀ ਧਰਤੀ ਦੀਆਂ ਵੀ ਕਿਤਾਬਾਂ ਪੜ੍ਹ ਕੇ ਗਿਆਨ ਇਕੱਠਾ ਕਰ ਲਵੇ, ਪਰ ਜੇਕਰ ਉਸ ਗਿਆਨ 'ਤੇ ਅਮਲ ਨਾ ਕੀਤਾ, ਨਾਨਕ ਲਿਖਿਆ ਇੱਕ ਗੱਲ, ਲੇਖੇ ਤੇ ਇੱਕੋ ਗੱਲ ਲੱਗਣੀ ਆ, ਉਹ ਕਿਹੜੀ? ਹਉਮੈ ਚਖਣਾ ਝਾਕ। ਜੇਕਰ ਇੰਨੀਆਂ ਪੁਸਤਕਾਂ ਦੇ ਭੰਡਾਰ ਭਰਨ ਤੋਂ ਬਾਅਦ ਮਨੁੱਖ ਨੂੰ ਆਪਣੇ ਗਿਆਨ ਦਾ ਹਉਮੈ ਹੰਕਾਰ ਹੋ ਗਿਆ ਤਾਂ ਉਸ ਗਿਆਨ ਨੂੰ ਹਾਸਲ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ। ਉਹ ਸਾਰਾ ਮਤਲਬ ਝਖਾ ਮਾਰਨ ਦੇ ਬਰਾਬਰ ਹੈ, ਮਿੱਟੀ ਦੇ ਤੁੱਲ ਹੋ ਜਾਂਦਾ ਹੈ, ਰਾਖ ਹੋ ਜਾਂਦਾ ਹੈ, ਜੇਕਰ ਉਸ ਗਿਆਨ 'ਤੇ ਅਮਲ ਨਹੀਂ ਕੀਤਾ ਔਰ ਗਿਆਨ ਦਾ ਹੰਕਾਰ ਮਨ ਦੇ ਵਿੱਚ ਕਾਇਮ ਹੋ ਗਿਆ ਅਤੇ ਉਹ ਗਿਆਨ ਕਿਸੇ ਵੀ ਲੇਖੇ ਨਹੀਂ ਆਉਣਾ, ਕਿਸੇ ਦੇ ਕੰਮ ਨਹੀਂ ਆਉਣਾ, ਨਾ ਜਿਸ ਨੂੰ ਉਹ ਦੇ ਰਿਹਾ ਹੈ ਔਰ ਨਾ ਉਸ ਦੇ ਖੁਦ ਦੇ ਕੰਮ ਹੀ ਉਸ ਮਨੁੱਖ ਦੇ ਆਉਣਾ ਹੈ, ਜੇਕਰ ਉਸ ਗਿਆਨ 'ਤੇ ਅਸੀਂ ਅਮਲ ਨਹੀਂ ਕਰਾਂਗੇ। ਅਮਲਾਂ ਬਾਝੋਂ ਖੂਹ ਖਾਲੀ। ਫਿਰ ਗੁਰੂਦੇਵ ਫਰਮਾ ਰਹੇ ਨੇ ਕਿ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਕਿ ਦੁੱਖ ਜਿਹੜੇ ਨੇ ਜ਼ਿੰਦਗੀ ਦੇ ਵਿੱਚ ਉਹ ਦਾਰੂ ਨੇ, ਦਾਰੂ ਮੀਨ ਦਵਾ ਨੇ, ਸਮੱਸਿਆ ਦਾ ਹੱਲ ਨੇ। ਸੁਖ ਰੋਗ ਭਇਆ, ਅਤੇ ਸੁਖ ਜਿਹੜੇ ਨੇ ਉਹ ਰੋਗ ਦੇ ਸਮਾਨ ਨੇ। ਕਿਉਂਕਿ ਜਿਹੜਾ ਮਨੁੱਖ ਜਦੋਂ ਸੁੱਖਾਂ ਦੇ ਵਿੱਚ ਗਰਸਿਆ ਹੁੰਦਾ ਹੈ, ਜਦੋਂ ਮਨੁੱਖ ਸੁੱਖਾਂ ਦੇ ਵਿੱਚ ਗਰਸਿਆ ਹੁੰਦਾ ਹੈ, ਉਹ ਮਨੁੱਖ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ, ਰੰਗਾਂ ਨੂੰ ਮਾਣਦਾ ਹੋਇਆ ਮਨਮੁਖ ਹੋ ਜਾਂਦਾ ਹੈ। ਮਨਮੁਖ ਭਾਵ ਆਪਣੀ ਮਨ ਦੀ ਮਰਜ਼ੀ ਦਾ ਮਾਲਕ ਹੁੰਦਾ ਹੈ, ਅਤੇ ਜਦੋਂ ਮਨੁੱਖ ਮਨਮੁਖ ਹੋ ਜਾਂਦਾ ਹੈ ਉਹ ਮਨੁੱਖ ਆਪਣੀਆਂ ਮਨਿਆਈਆਂ ਕਰਦਾ ਹੈ, ਕਿਉਂਕਿ ਮਨ ਚੰਚਲ ਹੈ। ਮਨ ਉਸਨੂੰ ਆਪਣੇ ਅਨੁਸਾਰ ਉਸਨੂੰ ਵਿਸ਼ੇ ਵਿਕਾਰਾਂ ਦੇ ਵੱਲ ਵੀ ਪ੍ਰੇਰਿਤ ਕਰ ਦਿੰਦਾ ਹੈ। ਭਾਵ ਜਦੋਂ ਇਨਸਾਨ ਦੇ ਕੋਲ ਦੌਲਤ ਹੋ ਜਾਂਦੀ ਹੈ, ਅਮੀਰ ਮਨੁੱਖ ਜਿਹੜਾ ਹੈ ਉਹਦੇ ਕੋਲ ਜ਼ਿੰਦਗੀ ਦੇ ਸਾਰੇ ਸੁੱਖ ਹੁੰਦੇ ਨੇ, ਅਤੇ ਉਹ ਸੁੱਖ ਉਸਨੂੰ ਮਨਮੁਖਤਾ ਵਾਲੇ ਪਾਸੇ ਲੈ ਜਾਂਦੇ ਨੇ, ਅਤੇ ਮਨਮੁਖਤਾ ਜਿਹੜੀ ਹੈ ਭਾਵ ਮਨ ਜਿਹੜਾ ਹੈ ਮਨੁੱਖ ਦਾ ਉਸਨੂੰ ਵਿਕਾਰਾਂ ਵਾਲੇ ਪਾਸੇ ਲੈ ਕੇ ਜਾਂਦਾ ਹੈ। ਇਸ ਲਈ ਗੁਰੂਦੇਵ ਫਰਮਾ ਰਹੇ ਨੇ ਕਿ ਸੁੱਖ ਜਿਹੜੇ ਨੇ ਉਹ ਰੋਗ ਦੇ ਸਮਾਨ ਨੇ, ਕਿਉਂਕਿ ਸੁੱਖਾਂ ਦੇ ਵਿੱਚ ਗੁਆਚਿਆ ਹੋਇਆ ਮਨੁੱਖ ਜ਼ਿੰਦਗੀ ਦੇ ਵਿੱਚ ਵਿਕਾਰਾਂ ਰੂਪੀ ਰੋਗ ਜਿਹੜਾ ਹੈ ਉਹ ਸਹੇੜ ਲੈਂਦਾ ਹੈ, ਅਤੇ ਦੁੱਖ ਦਾਰੂ। ਅਤੇ ਦੂਜੇ ਪਾਸੇ ਇਹਨਾਂ ਸੁੱਖਾਂ ਦੇ ਵਿੱਚ ਜਿਹੜੇ ਰੋਗ ਜਾਂ ਵਿਕਾਰ ਪੈਦਾ ਹੁੰਦੇ ਹਨ, ਉਹਨਾਂ ਦਾ ਦਾਰੂ ਕੀ ਹੈ? ਉਹਨਾਂ ਦਾ ਦਾਰੂ ਹਨ ਦੁੱਖ। ਕਿਵੇਂ? ਕਿਉਂਕਿ ਜਦੋਂ ਇਨਸਾਨ ਜ਼ਿੰਦਗੀ ਦੇ ਵਿੱਚ ਦੁਖੀ ਹੁੰਦਾ ਹੈ ਤਾਂ ਉਹ ਆਪੇ ਵੱਲ ਆਤਮ ਕੇਂਦਰਿਤ ਹੋ ਜਾਂਦਾ ਹੈ। ਆਤਮ ਕੇਂਦਰਿਤ ਹੋਣ ਦੇ ਨਾਲ ਉਹ ਮਨੁੱਖ ਜਿਹੜਾ ਹੈ ਪ੍ਰਭੂ ਦੇ ਨਾਲ, ਉਸ ਕਾਦਰ ਦੇ ਨਾਲ ਜੁੜ ਜਾਂਦਾ ਹੈ। ਜਦੋਂ ਮਨੁੱਖ ਆਤਮ ਕੇਂਦਰਿਤ ਹੁੰਦਾ ਹੈ, ਕਿਉਂਕਿ ਮਨੁੱਖ ਦੇ ਹਿਰਦੇ ਵਿੱਚ ਵੀ ਉਸ ਜਿਹੜਾ ਪ੍ਰਭੂ ਹੈ ਜਾਂ ਉਸਦੀ ਆਤਮਾ ਉਸਨੂੰ ਫਿਰ ਪ੍ਰੇਰਿਤ ਕਰਦੀ ਹੈ, ਉਸਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਜਦੋਂ ਆਤਮ ਕੇਂਦਰਿਤ ਇਨਸਾਨ ਹੁੰਦਾ ਹੈ। ਅਤੇ ਜਦੋਂ ਉਹ ਬੜੀ ਗਹਿਰਾਈ ਦੇ ਵਿੱਚ ਜਾ ਕੇ ਸੋਚਦਾ ਹੈ, ਉਸਨੂੰ ਆਪਣੀਆਂ ਜੋ ਖਾਮੀਆਂ ਹਨ, ਊਣਤਾਈਆਂ ਹਨ, ਜੋ ਬਦੀਆਂ ਹਨ, ਉਹ ਫਿਰ ਦੁਰਲਾਹਨਤ ਪਾਉਂਦੀਆਂ ਹਨ। ਅਤੇ ਇਸ ਕਰਕੇ ਗੁਰੂਦੇਵ ਕਹਿ ਰਹੇ ਨੇ ਕਿ ਦੁੱਖ ਜਿਹੜੇ ਨੇ, ਕਿਉਂਕਿ ਮਨੁੱਖ ਨੂੰ ਉਸਦੇ ਵਿਕਾਰਾਂ ਤੋਂ ਜਾਣੂ ਕਰਵਾਉਂਦੇ ਨੇ, ਇਸ ਲਈ ਦੁੱਖ ਤਾਂ ਦਾਰੂ ਦੇ ਸਮਾਨ ਨੇ। ਦੁੱਖ ਤਾਂ ਬਹੁਤ ਚੰਗੇ ਨੇ, ਜਿਹੜੇ ਮਨੁੱਖ ਨੂੰ ਚੰਗੇ ਪਾਸੇ ਲਾਉਂਦੇ ਨੇ, ਉਸ ਦੀਆਂ ਬੁਰਾਈਆਂ ਦਾ ਅਹਿਸਾਸ ਕਰਾਉਂਦੇ ਨੇ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਕਿਉਂਕਿ ਜਦੋਂ ਇਨਸਾਨ ਦੀ ਜ਼ਿੰਦਗੀ ਵਿੱਚ ਸੁੱਖ ਹਨ ਤਾਂ ਇਨਸਾਨ ਜਿਹੜਾ ਹੈ ਉਹ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ। ਇਨਸਾਨ ਚੰਗੇ ਪਾਸੇ ਜਾਂ ਚੰਗੇ ਕਰਮਾਂ ਵਾਲੇ ਪਾਸੇ ਲੱਗ ਨਹੀਂ ਸਕਦਾ, ਉਹ ਕਲਿਆਣਕਾਰੀ ਕੰਮ ਨਹੀਂ ਕਰਦਾ। ਅਜਿਹਾ ਮਨੁੱਖ ਮਨ ਮਰਜ਼ੀ ਦਾ ਮਾਲਕ ਬਣ ਕੇ ਆਪਣੇ ਮਨਿਆਈਆਂ ਕਰਦਾ ਹੈ। ਇਸ ਲਈ ਸੁੱਖ ਜਿਹੜੇ ਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇਹ ਉਸ ਨੂੰ ਇੱਕ ਰੋਗ, ਉਸ ਦੀ ਜ਼ਿੰਦਗੀ ਦੇ ਵਿੱਚ ਉਸਨੂੰ ਰੋਗੀ ਬਣਾ ਦਿੰਦੇ ਨੇ, ਉਸਨੂੰ ਮਨੋਰੋਗੀ ਬਣਾ ਦਿੰਦੇ ਨੇ। ਭਾਵ ਉਹ ਜਿਹੜਾ
ਵਿਕਾਰਾਂ ਦਾ ਗ੍ਰਸਿਆ ਹੋਇਆ ਇਨਸਾਨ ਹੈ ਉਹ ਹਉਮੈ ਦਾ ਸ਼ਿਕਾਰ ਹੋ ਜਾਂਦਾ ਹੈ। ਦੁੱਖਾਂ ਦਾ ਜਦੋਂ ਉਸ ਦੀ ਜ਼ਿੰਦਗੀ, ਸੁੱਖਾਂ ਦਾ ਜਦੋਂ ਉਸ ਦੇ ਵਿੱਚ ਜੋ ਹੈ ਬਹੁਤ ਜ਼ਿਆਦਾ ਆਮਦ ਹੋ ਜਾਂਦੀ ਹੈ ਜ਼ਿੰਦਗੀ ਦੇ ਵਿੱਚ, ਤਾਂ ਉਹ ਮਨੁੱਖ ਸੁੱਖਾਂ ਦਾ ਗ੍ਰਸਿਆ ਹੋਇਆ ਵਿਕਾਰਾਂ ਵੱਲ ਦਾ ਭਾਗੀ ਬਣ ਜਾਂਦਾ ਹੈ। ਇਸ ਲਈ ਸੁੱਖ ਜਿਹੜੇ ਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਸ ਨੂੰ ਪ੍ਰਭੂ ਨਾਲੋਂ ਬੇਮੁਖ ਕਰਦੇ ਨੇ। ਫਿਰ ਗੁਰੂਦੇਵ ਕਹਿ ਰਹੇ ਨੇ ਕਿ ਤੂੰ ਕਰਤਾ ਕਰਨਾ ਮੈਂ ਨਾਹੀਂ। ਗੁਰੂਦੇਵ ਕਹਿ ਰਹੇ ਨੇ ਕਿ ਜੇਕਰ ਕਿਸੇ ਮਨੁੱਖ ਦੇ ਹਿਰਦੇ ਦੇ ਵਿੱਚ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਉਸ ਨੇ ਜ਼ਿੰਦਗੀ ਦੇ ਵਿੱਚ ਕਿਹੜਾ ਚੰਗਾ ਅਤੇ ਕਿਹੜਾ ਮਾੜਾ ਕਰਮ ਕੀਤਾ ਹੈ, ਅਤੇ ਇਹ ਗਿਆਨ ਵੀ ਕੌਣ ਪੈਦਾ ਕਰਦਾ ਹੈ? ਕਰਤਾ, ਉਹ ਪ੍ਰਭੂ ਪਰਮਾਤਮਾ